ਗੁਰਬਾਣੀ ਦੇ ਵਿੱਚੋਂ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਨੀ ਆ ਕਿ ਸਤਿਗੁਰੂ ਜੀ ਨੇ ਕਿਹੜੇ ਠੱਗਾਂ ਬਾਰੇ ਗੱਲ ਕੀਤੀ ਆ ਜਿਹੜੇ ਮਨੁੱਖ ਦੇ ਜੀਵਨ ਨੂੰ ਤਬਾਹ ਕਰ ਰਹੇ ਨੇ, ਅਤੇ ਇਹਨਾਂ ਠੱਗਾਂ ਤੋਂ ਬਚਾਅ ਦਾ ਸਤਿਗੁਰੂ ਜੀ ਨੇ ਕੀ ਰਸਤਾ ਦੱਸਿਆ। ਮਨੁੱਖ ਚੁਰਾਹੇ 'ਚ ਲੁੱਟਿਆ ਜਾਵੇ, ਸਾਰੇ ਹੀ ਸਮਾਜ 'ਚ ਗੱਲ ਫੈਲ ਜਾਂਦੀ ਹੈ। ਮਨੁੱਖ ਦੇ ਘਰ ਦੀ ਚੋਰੀ ਹੋ ਜਾਵੇ, ਮਨੁੱਖ ਸ਼ਿਕਾਇਤ ਦਰਜ ਕਰਵਾਉਂਦਾ, ਪਰ ਜਦੋਂ ਮਨੁੱਖ ਕਿਸੇ ਠੱਗ ਕੋਲੋਂ ਠੱਗਿਆ ਜਾਂਦਾ ਨਾ, ਮਨੁੱਖ ਰੌਲਾ ਨਹੀਂ ਪਾ ਸਕਦਾ, ਸ਼ਿਕਾਇਤ ਦਰਜ ਨਹੀਂ ਕਰਵਾ ਸਕਦਾ, ਕਿਉਂਕਿ ਅੱਧਾ ਕਸੂਰ ਮਨੁੱਖ ਦਾ ਆਪਣਾ ਹੁੰਦਾ। ਅਗਲੇ ਦੀਆਂ ਗੱਲਾਂ ਵਿੱਚ ਆ ਕੇ ਅਗਲੇ ਉੱਪਰ ਵਿਸ਼ਵਾਸ ਕੀਤਾ ਅਤੇ ਮਨੁੱਖ ਠੱਗਿਆ ਗਿਆ। ਇਸੇ ਤਰ੍ਹਾਂ ਹੀ ਆਪਾਂ ਸਾਰਿਆਂ ਨੇ ਬਚਪਨ ਦੇ ਵਿੱਚ ਇੱਕ ਕਹਾਣੀ ਪੜ੍ਹੀ ਆ, ਸੁਣੀ ਆ ਕਿ 3 ਠੱਗ ਰਸਤੇ ਵਿੱਚ ਖਲੋਤੇ ਹੁੰਦੇ ਆ। ਇੱਕ ਭਲਾ ਮਾਨਸ ਵਿਅਕਤੀ ਬੱਕਰੀ ਦਾ ਮੇਮਣਾ ਖਰੀਦ ਕੇ ਲੈ ਕੇ ਆ ਰਿਹਾ, ਉਹਨੇ ਗੋਦ 'ਚ ਚੁੱਕਿਆ ਹੋਇਆ। ਉਹਨਾਂ 3 ਠੱਗਾਂ ਨੇ ਦੇਖਿਆ ਕਿ ਜਿਹੜਾ ਭਾਈ ਬੱਕਰੀ ਦਾ ਮੇਮਣਾ ਚੁੱਕ ਕੇ ਲੈ ਕੇ ਆ ਰਿਹਾ ਨਾ, ਇਸ ਵਿਅਕਤੀ ਕੋਲੋਂ ਅਸੀਂ ਬੱਕਰੀ ਦਾ ਮੇਮਣਾ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਕਬਜ਼ੇ ਵਿੱਚ ਕਰਨਾ। ਉਹਨਾਂ ਨੇ ਆਪਸ 'ਚ ਸਲਾਹ ਮਸ਼ਵਰਾ ਕੀਤਾ। ਸਲਾਹ ਮਸ਼ਵਰਾ ਕਰਕੇ ਤਿੰਨੇ ਹੀ ਵੱਖੋ ਵੱਖਰੀ ਜਗ੍ਹਾ ਦੇ ਉੱਪਰ ਖਲੋ ਗਏ। ਜਦੋਂ ਉਹ ਵਿਅਕਤੀ ਤੁਰਿਆ ਆ ਰਿਹਾ, ਪਹਿਲਾ ਵਿਅਕਤੀ ਪੁੱਛਦਾ ਕਿ ਭਾਈ ਤੂੰ ਇਹ ਕੁੱਤੇ ਦਾ ਬੱਚਾ ਕਿੱਥੋਂ ਲੈ ਕੇ ਆਇਆ? ਉਹ ਆਖਦਾ ਇਹ ਕੁੱਤੇ ਦਾ ਬੱਚਾ ਨਹੀਂ, ਇਹ ਤਾਂ ਬੱਕਰੀ ਦਾ ਬੱਚਾ ਆ। ਇੰਨੇ ਨੂੰ ਹੀ ਦੂਜਾ ਵਿਅਕਤੀ ਲਾਗੇ ਆ ਗਿਆ। ਉਹ ਆਖਦਾ ਤੁਹਾਨੂੰ ਜੇ ਮੇਰੇ ਉੱਪਰ ਵਿਸ਼ਵਾਸ ਨਹੀਂ ਨਾ, ਤਾਂ ਤੁਸੀਂ ਇਸ ਮਨੁੱਖ ਨੂੰ ਪੁੱਛ ਲਵੋ ਕਿ ਇਹ ਕੁੱਤੇ ਦਾ ਬੱਚਾ ਆ ਕਿ ਬੱਕਰੀ ਦਾ ਬੱਚਾ। ਇੰਨੀ ਗੱਲ ਕਰ ਹੀ ਰਹੇ ਸੀ ਆਪਸ ਵਿੱਚ, ਇੰਨੇ ਨੂੰ ਤੀਜਾ ਵਿਅਕਤੀ ਵੀ ਲਾਗੇ ਆ ਗਿਆ। ਉਹ ਆਖਦਾ ਮੈਂ ਤੁਹਾਨੂੰ ਜਾਣਦਾ ਨਹੀਂ ਕਿ ਤੁਸੀਂ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਪਰ ਮੇਰੇ ਕੰਨਾਂ ਦੇ ਵਿੱਚ ਇਹ ਆਵਾਜ਼ ਪਈ ਆ, ਤੁਸੀਂ ਆਪਸ ਵਿੱਚ ਬਹਿਸ ਕਰ ਰਹੇ ਸੀ ਕਿ ਇਹ ਕੁੱਤੇ ਦਾ ਬੱਚਾ ਨਹੀਂ, ਇਹ ਬੱਕਰੀ ਦਾ ਬੱਚਾ ਆ। ਮੈਂ ਸੋਚਿਆ ਕਿ ਚਲੋ ਜਾਂਦਾ ਹੋਇਆ ਮੈਂ ਵੀ ਇਹਨਾਂ ਨੂੰ ਦੱਸਦਾ ਜਾਵਾਂ ਕਿ ਇਹ ਹੈ ਹੀ ਅਸਲ ਵਿੱਚ ਕੁੱਤੇ ਦਾ ਬੱਚਾ, ਬੱਕਰੀ ਦਾ ਬੱਚਾ ਨਹੀਂ। ਇਸ ਤਰ੍ਹਾਂ ਭਲਾ ਮਾਨਸ ਵਿਅਕਤੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਲੁੱਟਿਆ ਗਿਆ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ, ਇਹ ਮੈਸੇਜ ਮਿਲਦਾ ਆ ਕਿ ਅਸੀਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਲੁੱਟੇ ਨਹੀਂ ਜਾਣਾ। ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਅੱਜ ਜੇਕਰ ਸਮਾਜ ਅੰਦਰ ਵੇਖੀਏ, ਧਰਮ ਦੀ ਦੁਨੀਆ ਅੰਦਰ ਵੀ ਇੱਕ ਬ੍ਰਹਮ ਗਿਆਨੀ ਦੂਜੇ ਨੂੰ ਬ੍ਰਹਮ ਗਿਆਨੀ ਆਖਦਾ, ਦੂਜਾ ਤੀਜੇ ਨੂੰ ਬ੍ਰਹਮ ਗਿਆਨੀ ਆਖਦਾ, ਤੀਜਾ ਚੌਥੇ ਨੂੰ ਬ੍ਰਹਮ ਗਿਆਨੀ ਆਖਦਾ। ਇਸ ਤਰ੍ਹਾਂ ਇੱਕ ਦੂਜੇ ਨੂੰ ਬ੍ਰਹਮ ਗਿਆਨੀ ਆ ਕੇ ਭੋਲੀ ਭਾਲੀ ਜਨਤਾ ਨੂੰ ਲੁੱਟਿਆ ਜਾ ਰਿਹਾ। ਠੱਗ ਦਾ ਪਹਿਰਾਵਾ ਕੋਈ ਖਾਸ ਨਹੀਂ ਹੁੰਦਾ, ਠੱਗ ਦੀ ਕੋਈ ਖਾਸ ਵਰਦੀ ਨਹੀਂ ਆ। ਠੱਗ ਦੇ ਬਹੁਤ ਰੂਪ ਨੇ, ਕਈ ਰੂਪਾਂ 'ਚ ਠੱਗ ਸਮਾਜ ਵਿੱਚ ਬੈਠਾ ਹੋਇਆ। ਇੱਕ ਹੌਸਪੀਟਲ ਵਿੱਚ ਡਿਊਟੀ ਕਰ ਰਿਹਾ ਡਾਕਟਰ ਵੀ ਠੱਗ ਆ, ਲੁੱਟ ਰਹੇ ਨੇ। ਮਰੀਜ਼ ਦਾ ਆਪਰੇਸ਼ਨ ਕਰਦਿਆਂ ਕਿਡਨੀਆਂ ਕੱਢ ਦਿੰਦੇ ਆ, ਕਿਡਨੀ ਕੱਢ ਕੇ ਵੇਚ ਦਿੰਦੇ ਆ, ਆਖਦੇ ਮਰੀਜ਼ ਦੀ ਮੌਤ ਹੋ ਗਈ। ਉਹ ਤਾਂ ਕਿਡਨੀਆਂ ਕੱਢ ਕੇ ਵੇਚੀਆਂ ਉਹਨਾਂ ਨੇ ਅਤੇ ਉਹ ਵੀ ਲੁੱਟ ਰਹੇ ਨੇ। ਪਿੰਡਾਂ ਦੇ ਵਿੱਚ ਡਾਕਟਰ ਦੀਆਂ 2 ਦੁਕਾਨਾਂ ਹੋਣ,
ਇੱਕ ਡਾਕਟਰ ਜ਼ਬਾਨ ਦਾ ਬਹੁਤ ਬੜਬੋਲਾ ਹੈ, ਉਹਦੀ ਦਵਾਈ ਦਾ ਰੇਟ ਵੀ ਬਹੁਤ ਘੱਟ ਆ। ਉਹਦੀ ਦਵਾਈ ਖਾਣ ਦੇ ਨਾਲ ਜਿਹੜਾ ਸਰੀਰ ਆ, ਦੇਹੀ ਆ, ਅਰੋਗ ਹੋ ਜਾਂਦੀ ਆ। ਦੂਸਰੇ ਡਾਕਟਰ ਦੀ ਜਿਹੜੀ ਦੁਕਾਨ ਆ ਨਾ, ਆਖਦੇ ਭਾਈ ਜਿਹੜੀ ਉਹ ਦੁਕਾਨ ਆ, ਜਦੋਂ ਉਸ ਡਾਕਟਰ ਦੀ ਦੁਕਾਨ 'ਤੇ ਜਾਈਏ, ਉਹ ਜ਼ਬਾਨ ਦਾ ਹੈ ਬਹੁਤ ਮਿੱਠਾ, ਬੜੀ ਆਓ ਭਗਤ ਕਰਦਾ, ਪਰ ਉਹਦੀ ਦਵਾਈ ਦਾ ਰੇਟ ਬਹੁਤ ਜ਼ਿਆਦਾ ਹੁੰਦਾ ਅਤੇ ਉਹਦੀ ਦਵਾਈ ਖਾਣ ਦੇ ਨਾਲ ਮਨੁੱਖ ਨੂੰ ਫਰਕ ਵੀ ਨਹੀਂ ਪੈਂਦਾ। ਉਹ ਕੀ ਕਰਦਾ ਆ, ਟੈਸਟਾਂ ਦੀ ਲਿਸਟ ਬਣਾ ਦਿੰਦਾ ਆ ਕਿ ਤੁਸੀਂ ਟੈਸਟ ਕਰਵਾ ਕੇ ਲਿਆਓ। ਵੇਖਣਾ ਡਾਕਟਰ ਕਿਵੇਂ ਲੁੱਟਦੇ ਆ। ਜੇ ਕੋਈ ਮਰੀਜ਼ ਆਖੇ ਡਾਕਟਰ ਸਾਹਿਬ ਮੇਰੇ ਕੋਲ ਤਾਂ ਪੈਸੇ ਬਹੁਤ ਘੱਟ ਆ, ਮੈਂ ਗਰੀਬ ਵਿਅਕਤੀ ਹਾਂ, ਗਰੀਬ ਬੰਦਾ ਹਾਂ, ਤੁਸੀਂ ਮੈਨੂੰ ਇਹੋ ਜਿਹੀ ਕਿਸੇ ਲੈਬ 'ਤੇ ਭੇਜੋ ਜਿੱਥੇ ਟੈਸਟਾਂ ਦੇ ਪੈਸੇ ਘੱਟ ਲੱਗਣ। ਡਾਕਟਰ ਇਹ ਗੱਲ ਆਖਦਾ, ਤੁਸੀਂ ਫਲਾਣੇ ਸ਼ਹਿਰ, ਫਲਾਣੀ ਗਲੀ 'ਚ, ਫਲਾਣੀ ਦੁਕਾਨ 'ਤੇ ਜਾ ਕੇ ਮੇਰਾ ਨਾਮ ਲੈ ਦਿਓ। ਪਰ ਭੋਲੇ ਮਰੀਜ਼ ਨੂੰ ਇਹ ਨਹੀਂ ਪਤਾ, ਜਿਹਨੇ ਤੈਨੂੰ ਟੈਸਟਾਂ ਦੀ ਲਿਸਟ ਬਣਾ ਕੇ ਦਿੱਤੀ ਆ ਨਾ, ਅਤੇ ਜਿਹੜੀ ਦੁਕਾਨ 'ਤੇ ਭੇਜ ਰਿਹਾ ਟੈਸਟਾਂ ਵਾਸਤੇ, ਉੱਥੋਂ ਤਾਂ ਡਾਕਟਰ ਨੂੰ ਪਹਿਲਾਂ ਹੀ ਕਮਿਸ਼ਨ ਆਉਂਦੀ ਆ। ਡਾਕਟਰ ਇਸ ਤਰ੍ਹਾਂ ਲੁੱਟ ਰਹੇ ਨੇ। ਅੱਜ ਪੁਲਿਸ ਅਧਿਕਾਰੀ ਵੀ ਲੁੱਟ ਰਹੇ ਨੇ। ਕੋਰਟ ਵਿੱਚ ਮਾਮਲੇ ਦੀ ਜਿਰਾ ਕਰਨ ਵਾਲੇ ਵਕੀਲ ਵੀ ਲੁੱਟ ਰਹੇ ਨੇ। ਇੱਕ ਨਿਆਂ ਦੀ ਕੁਰਸੀ ਉੱਪਰ ਬੈਠਾ ਹੋਇਆ ਜੱਜ ਵੀ, ਜਿਹਨੂੰ ਸਜ਼ਾ ਸੁਣਾਉਣੀ ਹੁੰਦੀ ਹੈ ਨਾ, ਉਹਨੂੰ ਵੱਡੀ ਲੈ ਕੇ ਸਾਫ਼ ਬਰੀ ਕਰ ਦਿੱਤਾ ਜਾਂਦਾ ਆ, ਅਤੇ ਜਿਹੜਾ ਸਜ਼ਾ ਦਾ ਹੱਕਦਾਰ ਨਹੀਂ ਨਾ ਹੁੰਦਾ, ਉਹਨੂੰ ਫਾਹੀ ਟੰਗ ਦਿੱਤਾ ਜਾਂਦਾ ਹੈ। ਅਸੀਂ ਪਾਵਨ ਵਾਕ ਪੜ੍ਹਦੇ ਹਾਂ ਨਾ, ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਇੱਕ ਨਿਆਂ ਦੀ ਕੁਰਸੀ ਉੱਪਰ ਬੈਠਾ ਹੋਇਆ ਵਿਅਕਤੀ ਵੀ ਵਿਕ ਜਾਂਦਾ ਆ, ਲੁੱਟ ਰਿਹਾ ਆ ਪੈਸੇ ਦੀ ਖਾਤਰ। ਜਿਹੜਾ ਸਜ਼ਾ ਦਾ ਹੱਕਦਾਰ ਨਹੀਂ ਆ, ਉਹਨੂੰ ਸਜ਼ਾ ਸੁਣਾ ਦਿੱਤੀ ਜਾਂਦੀ ਆ। ਜਿਹੜਾ ਸਜ਼ਾ ਦਾ ਹੱਕਦਾਰ ਸੀ, ਉਹਨੂੰ ਸਾਫ਼ ਬਰੀ ਕਰ ਦਿੱਤਾ ਜਾਂਦਾ। ਇੱਕ ਰਾਜਨੀਤਿਕ ਵਿਅਕਤੀ, ਕਿਸੇ ਹਲਕੇ ਦਾ ਕੋਈ MP MLA ਬਣੇ ਨਾ, ਜਿਸ ਵੀ ਹਲਕੇ ਦਾ ਕੋਈ MLA ਬਣਦਾ, ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਣ ਵਾਲਾ, ਜਦੋਂ ਉਸ ਹਲਕੇ ਦੇ ਵਿੱਚ ਜਿੰਨੇ ਵੀ ਥਾਣੇ ਆਉਂਦੇ ਨਾ, ਜਿਹੜੇ ਥਾਣੇ 'ਚੋਂ ਚੰਗੀ ਮੋਟੀ ਕਮਾਈ ਹੁੰਦੀ ਆ, ਉਹ MLA ਕੀ ਕਰਦਾ ਆ, ਆਪਣੀ ਮਰਜ਼ੀ ਦਾ, ਜਿਹੜਾ ਉਹਨੂੰ ਪਤਾ ਕਿ ਮੇਰਾ ਭਰੋਸੇਮੰਦ ਵਿਅਕਤੀ ਆ ਨਾ, ਜਿਹੜੇ ਥਾਣੇ 'ਚੋਂ ਮੋਟੀ ਕਮਾਈ ਹੁੰਦੀ, ਉਸ ਥਾਣੇ 'ਚ ਉਸ ਵਿਅਕਤੀ ਨੂੰ ਲਾਉਂਦਾ। ਹੁਣ ਦੇਖਣਾ ਲੀਡਰ ਸਾਨੂੰ ਕਿਵੇਂ ਲੁੱਟਦੇ ਆ। ਸਾਡੀਆਂ ਵੋਟਾਂ ਤੋਂ ਲੀਡਰ ਬਣੇ, ਸਾਡੇ ਪਿੰਡਾਂ 'ਚ ਝਗੜੇ ਹੋ ਜਾਂਦੇ ਆ, ਗੱਲ ਥਾਣਿਆਂ ਤੱਕ ਜਾਂਦੀ ਆ। ਪਿੰਡਾਂ 'ਚ ਨਸ਼ਾ ਵਿਕਦਾ ਆ, ਗੱਲ ਥਾਣਿਆਂ ਤੱਕ ਜਾਂਦੀ ਆ। ਨਸ਼ਾ ਵੇਚਣ ਵਾਲੇ ਥਾਣੇਦਾਰ ਨੂੰ ਮਹੀਨਾ ਭਰਦੇ ਆ। ਸਾਡਾ ਝਗੜਾ ਹੋਵੇ, ਸਾਡੇ ਘਰਾਂ 'ਚ ਨਸ਼ਾ ਵਿਕਦਾ ਆ, ਅਸੀਂ ਜਦੋਂ ਕਿਸੇ ਲੀਡਰ ਕੋਲੋਂ ਜਾਂਦੇ ਆ ਨਾ, ਲੀਡਰ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕਰਦਾ ਹੈ। ਥਾਣੇਦਾਰ ਨੂੰ ਬਸ ਮਾੜਾ ਜਿਹਾ ਫੋਨ ਲਾ ਦਿੱਤਾ, 2-4 ਦਿਨ ਉਸ ਗੱਲ 'ਤੇ ਕੇਅਰ ਕਰਨੀ ਆ, ਫਿਰ ਉਸੇ ਤਰ੍ਹਾਂ ਹੀ ਸਭ ਕੁਝ ਚੱਲਦਾ। ਅਤੇ ਜਿਹੜਾ ਥਾਣਿਆਂ ਦੇ ਵਿੱਚ ਅਸੀਂ ਪੈਸਾ ਦੇ ਕੇ ਆਉਂਦੇ ਨਾ ਸਾਡੇ ਝਗੜਿਆਂ ਦਾ, ਅਤੇ ਜਿਹੜਾ ਅਸੀਂ ਨਸ਼ਾ ਵੇਚਣ ਵਾਲੇ ਪੈਸਾ ਦੇ ਕੇ ਆਉਂਦੇ, ਮਤਾ ਸਮਝਣਾ ਕਿ ਉਹ ਪੈਸਾ ਇਕੱਲਾ ਥਾਣੇਦਾਰ ਦੀ ਜੇਬ ਤੱਕ ਹੀ ਸੀਮਤ ਰਹਿੰਦਾ। ਮਤਾ ਸਮਝਣਾ ਕਿ ਉਹ ਪੈਸੇ ਇੰਚਾਰਜ ਦੀ ਜੇਬ ਤੱਕ ਹੀ ਸੀਮਤ ਰਹਿੰਦੇ ਆ, ਉਹ ਤਾਂ ਬਹੁਤ ਉੱਪਰ ਤੱਕ ਜਾਂਦੇ ਆ।
ਉਹ ਕਮਾਈ ਲੀਡਰਾਂ ਤੱਕ ਜਾਂਦੀ ਆ। ਲੀਡਰ ਇਹ ਹਿਸਾਬ ਲਾਉਂਦੇ ਆ ਕਿ ਫਲਾਣੇ ਥਾਣੇ 'ਚੋਂ ਕਿੰਨੀ ਮਹੀਨੇ ਦੀ ਆਮਦਨ ਆ, ਕਿੰਨਾ ਮਹੀਨਾ ਆਉਂਦਾ ਆ। ਹੁਣ ਸਾਡੀਆਂ ਹੀ ਵੋਟਾਂ ਤੋਂ ਲੀਡਰ ਬਣੇ ਅਤੇ ਸਾਡੇ ਹੀ ਪੈਸੇ ਤੋਂ ਉਹਨਾਂ ਨੇ ਆਪਣੀਆਂ ਨਿੱਜੀ ਲੋੜਾਂ ਪੂਰੀਆਂ ਕੀਤੀਆਂ, ਸਾਡੇ ਹੀ ਪੈਸੇ ਤੋਂ ਉਹਨਾਂ ਨੇ ਐਸ਼ ਪ੍ਰਸਤੀ ਮਨੋਰੰਜਨ ਕੀਤਾ, ਅਤੇ ਲਿਖਿਆ ਜਾਂਦਾ ਰਾਜ ਨਹੀਂ ਸੇਵਾ। ਇਸ ਤਰ੍ਹਾਂ ਲੀਡਰ ਸਾਨੂੰ ਲੁੱਟ ਰਹੇ ਨੇ। ਇਹ ਤਾਂ ਇਹੋ ਜਿਹੀ ਅਵਸਥਾ ਆ ਜਿਵੇਂ ਸਤਿਗੁਰੂ ਜੀ ਪਾਵਨ ਬਾਣੀ ਵਿੱਚ ਆਖਦੇ ਨੇ, ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ। ਇਹ ਇਹੋ ਜਿਹੀ ਅਵਸਥਾ ਆ। ਸੁਰਤ ਕਿਹੜੇ ਪਾਸੇ ਲੱਗੀ ਹੋਈ ਆ? ਅਗਲੇ ਨੂੰ ਫਾਹੇ ਟੰਗਣ ਵਾਲੇ ਪਾਸੇ ਲੱਗੀ ਹੋਈ ਆ। ਅਤੇ ਭੇਖ ਕਿਹੋ ਜਿਹਾ ਬਣਾਇਆ ਕਿ ਅਸੀਂ ਸੇਵਾ ਕਰ ਰਹੇ ਹਾਂ, ਸਾਡਾ ਸਾਧੂਆਂ ਵਾਲਾ ਪਹਿਰਾਵਾ ਹੈ। ਠੱਗ ਦਾ ਰੂਪ ਕੋਈ ਖਾਸ ਨਹੀਂ ਹੁੰਦਾ, ਠੱਗ ਕਿਸੇ ਵੀ ਰੂਪ ਵਿੱਚ ਬੈਠਾ ਹੋ ਸਕਦਾ। ਇਸ ਤਰ੍ਹਾਂ ਸਮਾਜ ਨੂੰ ਇਹ ਲੁੱਟ ਰਹੇ ਨੇ। ਇਸੇ ਤਰ੍ਹਾਂ ਹੀ ਇੱਕ ਤੁਲੰਬੇ ਨਗਰ ਦੀ ਧਰਤੀ ਉੱਪਰ ਸੱਜਣ ਨਾਮ ਦਾ ਵਿਅਕਤੀ ਸੀ, ਜਿਹਨੇ ਧਰਮਸ਼ਾਲਾ ਬਣਾਈ ਹੋਈ ਸੀ। ਧਰਮਸ਼ਾਲਾ ਦੇ ਵਿੱਚ ਆਏ ਗਏ ਯਾਤਰੂਆਂ ਨੂੰ ਰਿਹਾਇਸ਼ ਦਾ ਉੱਥੇ ਪ੍ਰਬੰਧ ਸੀ। ਅਮੀਰਾਂ ਵਾਸਤੇ ਵਧੀਆ ਕਮਰੇ ਬਣੇ ਹੋਏ ਆ। ਗਰੀਬ ਜਿਹੜੇ ਲੋਕ ਆ ਉਹ ਖੁੱਲ੍ਹੀ ਹਾਲ ਵਿੱਚ ਹੀ ਸੌਂ ਕੇ ਚਲੇ ਜਾਂਦੇ ਆ। ਹਿੰਦੂਆਂ ਵਾਸਤੇ ਉੱਥੇ ਮੰਦਿਰ ਬਣਿਆ ਹੋਇਆ ਹੈ, ਮੁਸਲਮਾਨਾਂ ਵਾਸਤੇ ਉੱਥੇ ਮਸਜਿਦ ਬਣੀ ਹੋਈ ਆ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਭਾਈ ਮਰਦਾਨਾ ਜੀ ਉਸ ਜਗ੍ਹਾ ਉੱਪਰ ਗਏ ਨਾ, ਮਰਦਾਨਾ ਜੀ ਸਤਿਗੁਰੂ ਜੀ ਨੂੰ ਆਖਦੇ, ਸਤਿਗੁਰੂ ਜੀਓ ਦੇਖੋ ਇਸ ਸ਼ੇਖ ਨੇ ਆਪਣਾ ਸੁੱਖ ਚੈਨ ਆਰਾਮ ਤਿਆਗ ਕੇ ਸਮਾਜ ਦੀ ਸੇਵਾ ਕਰ ਰਿਹਾ ਇਸ ਧਰਮਸ਼ਾਲ ਦੇ ਵਿੱਚ। ਸਤਿਗੁਰੂ ਜੀ ਆਖਦੇ, ਮਰਦਾਨਾ ਜੀਓ ਇਹ ਜਗ੍ਹਾ ਅਸਲ ਵਿੱਚ ਧਰਮਸ਼ਾਲ ਨਹੀਂ, ਇਹ ਜਗ੍ਹਾ ਤਾਂ ਅਸਲ ਵਿੱਚ ਕਤਲਗਾਹ ਆ। ਇਸ ਜਗ੍ਹਾ ਦੇ ਉੱਪਰੋਂ ਹਮੇਸ਼ਾ ਗਰੀਬ ਵਿਅਕਤੀ ਹੀ ਜਿਉਂਦਾ ਬਾਹਰ ਗਿਆ ਆ, ਅਮੀਰ ਵਿਅਕਤੀ ਕਦੇ ਵੀ ਜਿਉਂਦਾ ਬਾਹਰ ਨਹੀਂ ਗਿਆ। ਮਰਦਾਨਾ ਜੀ ਆਖਦੇ, ਸਤਿਗੁਰੂ ਜੀ ਮੈਂ ਸਮਝਿਆ ਨਹੀਂ। ਸਤਿਗੁਰੂ ਜੀ ਆਖਦੇ, ਮਰਦਾਨਾ ਜੀਓ ਇਹ ਵਿਅਕਤੀ ਕੀ ਕਰਦਾ ਹੈ? ਜਿਹੜਾ ਅਮੀਰ ਵਿਅਕਤੀ ਹੁੰਦਾ ਆ ਉਹਦੇ ਕੋਲੋਂ ਪੈਸੇ ਹੁੰਦੇ ਆ, ਕੀਮਤੀ ਸਮਾਨ ਹੁੰਦਾ ਆ, ਉਹਦਾ ਸਮਾਨ ਇਹ ਲੁੱਟ ਲੈਂਦਾ ਹੈ। ਅਤੇ ਜੇ ਉਹਨਾਂ ਨੂੰ ਪਤਾ ਲੱਗ ਜਾਵੇ ਤਾਂ ਫਿਰ ਇਹ ਵਿਅਕਤੀ ਉਹਨਾਂ ਨੂੰ ਕਤਲ ਕਰ ਦਿੰਦਾ। ਅੱਜ ਅਸੀਂ ਇਸ ਵਿਅਕਤੀ ਨੂੰ ਇਹਦੇ ਗੁਨਾਹ ਕਬੂਲ ਕਰਵਾਉਣ ਵਾਸਤੇ ਆਏ। ਜਦੋਂ ਪਾਵਨ ਸਤਿਗੁਰੂ ਜੀ ਆਖਦੇ, ਮਰਦਾਨਾ ਜੀਓ ਅੱਜ ਅਸੀਂ ਇਸ ਵਿਅਕਤੀ ਨੂੰ ਇਹਦੇ ਗੁਨਾਹ ਕਬੂਲ ਕਰਵਾਉਣੇ। ਤੁਸੀਂ ਰਬਾਬ ਵਜਾਓ। ਜਦੋਂ ਮਰਦਾਨਾ ਜੀ ਨੇ ਰਬਾਬ ਵਜਾਈ, ਸਤਿਗੁਰੂ ਜੀ ਨੇ ਪਾਵਨ ਸ਼ਬਦ ਪੜ੍ਹਿਆ ਨਾ, ਰਾਗ ਸੂਹੀ ਦੇ ਵਿੱਚ ਮਹੱਲਾ ਪਹਿਲਾ। ਉਹ ਕਿਹੜਾ ਸ਼ਬਦ ਸੀ? ਉਜਲ ਕਹਿਹਾਂ ਝਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ, ਢੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ, ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ, ਬੱਗੇ ਨਾ ਕਹੀਅਨ ਸਿਮਲ ਰੁਖ ਸਰੀਰ ਮੈਂ, ਮੈਜਨ ਦੇਖ ਭੁਲਾਨ, ਸੇ ਫਲ ਕੰਮ ਨਾ ਆਵਣੀ, ਤੇ ਗੁਣ ਮੈਂ ਤਨ ਹਨ ਅੰਦਲੇ ਭਾਰ ਉਠਾਇਆ, ਡੂੰਗਰ ਵਾਟ ਬਹੁਤ ਅੱਖੀਂ ਲੋੜੀ ਨਾ ਲਹਾਂ, ਹਉ ਚੜ ਲੰਘਾਂ ਕਿਤ
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟੈ ਜਿਤ। ਜਦੋਂ ਇਹ ਪਾਵਨ ਸ਼ਬਦ ਪੜ੍ਹਿਆ ਨਾ, ਸੱਜਣ ਸਤਿਗੁਰੂ ਜੀ ਦੇ ਚਰਨਾਂ ਉੱਪਰ ਢਹਿ ਪਿਆ। ਸਤਿਗੁਰੂ ਜੀ, ਵਾਕਿਆ ਹੀ ਮੇਰਾ ਜੀਵਨ ਕਹਿਣ ਦੇ ਭਾਂਡੇ ਵਾਂਗੂ ਉਜਲਾ ਆ, ਪਰ ਜੀਵਨ 'ਚ ਕਾਲਖ ਆ। ਮੇਰਾ ਜੀਵਨ ਮਹਿਲ ਮਨਾਰਿਆਂ ਵਾਂਗੂ ਬਾਹਰੋਂ ਚਿਤਰਿਆ ਹੋਇਆ ਆ, ਬਗਲੇ ਵਾਂਗੂ ਸਮਾਧੀ ਲਾਈ ਹੋਈ ਆ, ਸਿਮਲ ਦੇ ਰੁੱਖ ਵਾਂਗੂ ਬੜਾ ਸੋਹਣਾ ਆ, ਬੜਾ ਸੁੰਦਰ ਆ, ਪਰ ਪੱਲੇ ਗੁਣ ਕੋਈ ਨਹੀਂ। ਸੱਜਣ ਨੇ ਇੱਕ ਸ਼ਬਦ ਸੁਣਿਆ, ਜੀਵਨ ਤਬਦੀਲ ਹੋ ਗਿਆ। ਅੱਜ ਅਸੀਂ ਰੋਜ਼ ਬਾਣੀ ਸੁਣਦੇ ਹਾਂ, ਬਾਣੀ ਪੜ੍ਹਦੇ ਹਾਂ, ਆਪਣੇ ਘਰਾਂ 'ਚ ਟੀਵੀ ਚੈਨਲਾਂ ਰਾਹੀਂ ਕਥਾ ਕੀਰਤਨ ਸੁਣਦੇ ਹਾਂ, ਪਰ ਅਸੀਂ ਠੱਗੀਆਂ ਮਾਰਨ ਤੋਂ, ਅਗਲੇ ਨੂੰ ਲੁੱਟਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ। ਜਿਹੜਾ ਠੱਗ ਵਿਅਕਤੀ ਹੁੰਦਾ ਨਾ, ਉਹਦੇ ਕੋਲੋਂ ਜ਼ੁਬਾਨ ਦਾ ਹਥਿਆਰ ਹੁੰਦਾ। ਉਹ ਆਪਣੀ ਜ਼ੁਬਾਨ ਦੇ ਮਿੱਠੇ ਹਥਿਆਰ ਦੇ ਨਾਲ ਸਾਡੀ ਮੱਤ ਉੱਪਰ ਕਾਬੂ ਪਾ ਲੈਂਦਾ। ਠੱਗ ਸਾਨੂੰ ਬੇਗਾਨਾ ਨਹੀਂ, ਆਪਣਾ ਹੀ ਲੱਗਦਾ ਆ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ, ਭਗਤ ਬੇਣੀ ਜੀ ਵੀ ਆਪਣੇ ਪਾਵਨ ਸ਼ਬਦਾਂ ਵਿੱਚ ਇਹ ਗੱਲ ਕਰਦੇ ਆ ਕਿ ਜਿਨ੍ਹਾਂ ਨੇ ਧਰਮ ਦਾ ਪਹਿਰਾਵਾ ਪਾਇਆ ਹੋਇਆ ਨਾ, ਮਤਾ ਸਮਝਣਾ ਕਿ ਉਹ ਹਰੀ ਦੇ ਜਨ ਨੇ, ਉਹ ਵੀ ਠੱਗ ਨੇ। ਜਿਨ੍ਹਾਂ ਨੇ ਧਰਮ ਦਾ ਪਹਿਰਾਵਾ ਪਾ ਕੇ ਦੁਨੀਆ ਨੂੰ ਗੁੰਮਰਾਹ ਕਰ ਰਹੇ ਨੇ, ਦੁਨੀਆ ਨੂੰ ਲੁੱਟ ਰਹੇ ਨੇ। ਭਗਤ ਕਬੀਰ ਜੀ ਦਾ ਪਾਵਨ ਸ਼ਬਦ, ਭਗਤ ਜੀ ਆਖਦੇ ਨੇ, ਗੱਜ ਸਾਡੇ ਤੈਂ ਤੈਂ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ। ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਭਗਤ ਬੇਨੀ ਜੀ ਗੱਲ ਕਰਦੇ ਨੇ। ਭਗਤ ਜੀ ਆਖਦੇ ਨੇ, ਤਨ ਉੱਪਰ ਚੰਦਨ ਲਾ ਲਿਆ, ਮੱਥੇ ਵਿੱਚ ਤੁਲਸੀ ਦਾ ਪੱਤਾ ਰੱਖ ਕੇ ਤਿਲਕ ਬਣਾ ਲਿਆ, ਪਰ ਅੰਦਰ ਕੀ ਆ, ਹਿਰਦੇ ਵਿੱਚ ਕੈਂਚੀ ਚੱਲ ਰਹੀ ਆ ਅਗਲੇ ਨੂੰ ਕੱਟਣ ਵਾਸਤੇ। ਤਨ ਚੰਦਨ ਮਸਤਕ ਪਾਤੀ, ਰਿੱਧ ਅੰਤਰ ਕਰ ਤਲ ਕਾਤੀ। ਠੱਗ ਦਿਸ਼ਟ ਬਗਾ ਲਿਵ ਲਾਗਾ, ਦੇਖ ਬੈਸਨੋ ਪ੍ਰਾਨ ਮੁਖ ਭਾਗਾ। ਇਹ ਆ ਬਾਹਰੀ ਠੱਗ, ਜਿਹੜੇ ਮਨੁੱਖ ਦੇ ਜੀਵਨ ਨੂੰ ਲੁੱਟ ਰਹੇ ਨੇ, ਤਬਾਹ ਕਰ ਰਹੇ ਨੇ। ਜਿਹੜੇ ਅੰਦਰੂਨੀ ਠੱਗ ਆ ਨਾ, ਉਹ ਜਿਹੜੇ ਠੱਗ ਆ, ਉਹ ਠੱਗ ਸਤਿਗੁਰੂ ਜੀ ਨੇ 5 ਆਖੇ ਆ। ਪਹਿਲਾ ਠੱਗ ਕਿਹੜਾ ਆ? ਰਾਜ। ਮਨੁੱਖ ਰਾਜ ਤਾਕਤ ਪ੍ਰਾਪਤ ਕਰਨ ਵਾਸਤੇ ਪਾਪ ਕਰਦਾ ਆ, ਆਪਣਿਆਂ ਨੂੰ ਕਤਲ ਕਰਨ 'ਤੇ ਉਤਰ ਆਉਂਦਾ ਆ। ਜਦੋਂ ਰਾਜ ਗੱਦੀ ਮਿਲ ਜਾਂਦੀ ਆ, ਫਿਰ ਜਲਾਦਾ ਵਾਂਗੂ ਨੋਚਦਾ ਆ। ਅਸੀਂ ਇਤਿਹਾਸ ਪੜ੍ਹਦੇ ਹਾਂ, ਔਰੰਗਜ਼ੇਬ ਨੇ ਰਾਜ ਗੱਦੀ ਪ੍ਰਾਪਤ ਕਰਨ ਵਾਸਤੇ ਆਪਣਿਆਂ ਨੂੰ ਹੀ ਖਤਮ ਕੀਤਾ। ਜਦੋਂ ਰਾਜ ਗੱਦੀ ਮਿਲ ਗਈ, ਫਿਰ ਆਪਣਿਆਂ ਨੂੰ ਹੀ ਜਲਾਦਾਂ ਵਾਂਗੂ ਨੋਚਿਆ। ਅਗਲਾ ਠੱਗਿਆ ਮਾਲ, ਧਨ ਪਦਾਰਥ, ਮਾਇਆ ਸੰਪਤੀ। ਮਾਇਆ ਦੀ ਖਾਤਰ ਮਨੁੱਖ ਆਪਣਿਆਂ ਨੂੰ ਹੀ ਕਤਲ ਕਰ ਰਿਹਾ। ਅਸੀਂ ਨਿਊਜ਼ ਪੇਪਰਾਂ 'ਤੇ ਪੜ੍ਹਦੇ ਹਾਂ ਕਿ ਭਰਾ ਨੇ ਭਰਾ ਦਾ ਹੀ ਪੈਸੇ ਖਾਤਰ ਕਤਲ ਕਰ ਦਿੱਤਾ। ਭਰਾ ਨੇ ਹੀ ਭਰਾ ਦਾ ਜ਼ਮੀਨ ਦੀ ਖਾਤਰ ਕਤਲ ਕਰ ਦਿੱਤਾ। ਜਲੰਧਰ ਏਰੀਏ ਦੀ ਘਟਨਾ ਹੈ। ਪੁੱਤਰ ਗਲਤ ਰਸਤੇ ਤੁਰਿਆ ਹੋਇਆ ਸੀ, ਪਿਓ ਸਿਰ 'ਤੇ ਨਹੀਂ ਆ, ਮਾਂ ਦੇ ਕੋਲੋਂ ਪੈਸੇ ਮੰਗੇ। ਮਾਂ ਨੇ ਆਖਿਆ, ਪੁੱਤਰ ਪੈਸੇ ਨਹੀਂ ਹੈਗੇ। ਪੁੱਤਰ ਨੇ ਕੀ ਕੀਤਾ, ਅੱਧੀ ਰਾਤ ਉੱਠਿਆ, ਮਾਂ ਇੱਕ ਕਮਰੇ ਵਿੱਚ ਸੁੱਤੀ ਹੋਈ ਆ,
ਪੁੱਤਰ ਨੇ ਦਾਤਰ ਫੜਿਆ, ਸੁੱਤੀ ਹੋਈ ਮਾਂ ਦੇ ਧੌਣ ਵਿੱਚ ਦਾਤਰ ਮਾਰਿਆ, ਮਾਂ ਨੂੰ ਖਤਮ ਕਰ ਦਿੱਤਾ। ਇੱਕ ਪੈਸੇ ਦੀ ਖਾਤਰ ਨਾ ਇਹ ਠੱਗ ਵੀ ਮਨੁੱਖ ਦੇ ਜੀਵਨ ਨੂੰ ਤਬਾਹ ਕਰ ਰਿਹਾ। ਅੰਦਰ ਅਗਲਾ ਠੱਗਿਆ ਰੂਪ। ਮਨੁੱਖ ਸਾਰਿਆਂ ਵਿੱਚੋਂ ਸੋਹਣਾ ਲੱਗਦਾ ਹੋਵੇ ਤੇ ਸਾਰਿਆਂ ਵਿੱਚੋਂ ਕੱਪੜੇ ਵੀ ਵਧੀਆ ਸੋਹਣੇ ਪਾਏ ਹੋਣ ਨਾ, ਮਨੁੱਖ ਕਦੀ ਕਿਸੇ ਨੂੰ ਪੁੱਛੇਗਾ, ਕਦੀ ਕਿਸੇ ਨੂੰ ਪੁੱਛੇਗਾ ਕਿ ਭਾਈ ਮੈਂ ਕਿਸ ਤਰ੍ਹਾਂ ਦਾ ਲੱਗ ਰਿਹਾ। ਅਗਲਾ ਵਿਅਕਤੀ ਮਨੁੱਖ ਨੂੰ ਇੱਕ ਵਾਰ ਦੱਸੇਗਾ, 2 ਵਾਰ ਦੱਸੇਗਾ, 3 ਵਾਰ ਦੱਸੇਗਾ ਕਿ ਤੂੰ ਬਹੁਤ ਸੋਹਣਾ ਲੱਗ ਰਿਹਾ। ਫਿਰ ਆਖੇਗਾ ਭਾਈ ਮੈਂ ਤੈਨੂੰ ਇੰਨਾ ਨਹੀਂ ਦੱਸ ਸਕਦਾ। ਜੇ ਤੈਨੂੰ ਆਪਣੇ ਆਪ 'ਚ ਬੜਾ ਮਾਣ ਆ ਨਾ ਕਿ ਮੈਂ ਬਹੁਤ ਸੋਹਣਾ ਦਿਸ ਰਿਹਾ, ਤਾਂ ਤੂੰ ਇਸ ਤਰ੍ਹਾਂ ਕਰ, ਸ਼ੀਸ਼ਾ ਦੇਖੀ ਜਾ ਵਾਰ-ਵਾਰ। ਮਨੁੱਖ ਨੂੰ ਮਾਣ ਹੁੰਦਾ ਆਪਣੇ ਸੋਹਣੇ ਹੋਣ ਦਾ, ਮਨੁੱਖ ਸ਼ੀਸ਼ਾ ਦੇਖਣ ਲੱਗ ਪੈਂਦਾ। ਅਗਲਾ ਠੱਗਿਆ ਜਾਤ। ਜਿਹੜਾ ਸਾਰਿਆਂ ਦੀ ਪਹਿਚਾਣ ਭੁਲਾ ਕੇ ਬਸ ਮਨੁੱਖ ਇਹੀ ਸਮਝਦਾ ਆ ਕਿ ਮੈਂ ਉੱਚੀ ਜਾਤ ਵਾਲਾ, ਬਾਕੀ ਸਾਰੇ ਮੇਰੇ ਤੋਂ ਨੀਵੀਂ ਜਾਤ ਦੇ ਆ। ਨਾਮ ਦੇ ਅੱਗੇ ਕੀ ਲੱਗਾ ਹੁੰਦਾ ਆ? ਜਤਿੰਦਰ ਸਿੰਘ ਔਲਖ। ਨਾਮ ਅੱਗੇ ਲੱਗਾ ਹੁੰਦਾ ਢਿੱਲੋਂ, ਨਾਮ ਅੱਗੇ ਲੱਗਾ ਹੁੰਦਾ ਰੰਧਾਵਾ, ਨਾਮ ਅੱਗੇ ਲੱਗਾ ਹੁੰਦਾ ਗਿੱਲ। ਮਨੁੱਖ ਨੂੰ ਆਪਣਾ ਨਾਮ ਤਾਂ ਭੁੱਲ ਜਾਂਦਾ ਆ। ਇਹ ਆਖਦਾ ਲੋਕ ਮੈਨੂੰ ਗਿੱਲ ਆਖਣ, ਲੋਕ ਮੈਨੂੰ ਰੰਧਾਵਾ ਆਖਣ, ਲੋਕ ਮੈਨੂੰ ਔਲਖ ਆਖਣ। ਸਾਰਿਆਂ ਲੋਕਾਂ ਦੀ ਪਹਿਚਾਣ ਭੁਲਾ ਕੇ ਮਨੁੱਖ ਨੂੰ ਆਪਣੀ ਹੀ ਪਹਿਚਾਣ ਹੋਣ ਦਾ ਹੰਕਾਰ ਹੁੰਦਾ ਕਿ ਮੇਰੀ ਜਾਤ ਉੱਚੀ ਆ। ਅਗਲਾ ਠੱਗਿਆ ਜੋਬਨ, ਜਵਾਨੀ। ਮਨੁੱਖ ਜਵਾਨੀ ਦੇ ਵਿੱਚ ਹੋਵੇ ਨਾ, ਜਦੋਂ ਵਿਆਹਿਆ ਜਾਏ, ਜੀਵਨ ਸਾਥੀ ਆ ਜਾਵੇ, ਮਨੁੱਖ ਇਹ ਭੁੱਲ ਜਾਂਦਾ ਆ ਕਿ ਮੇਰੇ ਉੱਪਰ ਬੁਢੇਪਾ ਕਦੇ ਨਹੀਂ ਆਉਣਾ। ਜੀਵਨ ਸਾਥੀ ਦੀਆਂ ਗੱਲਾਂ ਵਿੱਚ ਆ ਕੇ ਬਜ਼ੁਰਗ ਮਾਂ ਬਾਪ ਦੀ ਸੇਵਾ ਕਰਨੀ, ਦੇਖਭਾਲ ਕਰਨੀ ਹੀ ਭੁੱਲ ਜਾਂਦਾ। ਜਵਾਨੀ ਸਮੇਂ ਮਨੁੱਖ ਇਹ ਸਮਝਦਾ ਆ ਕਿ ਮੈਂ ਹੁਣ ਤੰਦਰੁਸਤ ਹਾਂ, ਮੇਰੇ ਉੱਪਰ ਜਵਾਨੀ ਆ, ਮੈਂ ਕਦੇ ਵੀ ਬਿਮਾਰ ਨਹੀਂ ਹੋਣਾ, ਮੇਰੇ ਉੱਪਰ ਬੁਢੇਪਾ ਕਦੇ ਨਹੀਂ ਆਉਣਾ। ਮਨੁੱਖ ਇਹ ਸੋਚਦਾ ਆ, ਇਹ ਸਮਝਦਾ ਆ, ਤੇ ਇਹ ਮਨੁੱਖ ਅਣਜਾਣ ਜਵਾਨੀ ਦੇ ਰੰਗ ਵਿੱਚ ਮੱਤਿਆ ਹੋਇਆ ਬਜ਼ੁਰਗ ਮਾਪਿਆਂ ਦੀ ਸੇਵਾ ਕਰਨੀ ਹੀ ਭੁੱਲ ਜਾਂਦਾ, ਛੱਡ ਦਿੰਦਾ। ਜਵਾਨੀ ਨੇ ਮਨੁੱਖ ਦੇ ਜੀਵਨ ਨੂੰ ਇਸ ਤਰ੍ਹਾਂ ਕਲੰਕਿਤ ਕੀਤਾ, ਇਸ ਤਰ੍ਹਾਂ ਮਨੁੱਖ ਦਾ ਸੁੱਖ ਚੈਨ ਆਰਾਮ ਖੋਹ ਲਿਆ। ਇਹ ਆ 5 ਠੱਗ। ਸਤਿਗੁਰੂ ਜੀ ਆਖਦੇ ਨੇ ਰਾਜ, ਮਾਲ, ਰੂਪ, ਜਾਤ, ਜੋਬਨ, 5 ਠੱਗ। ਇੰਨੀ ਠੱਗੀ ਜਗ ਠੱਗਿਆ, ਕਿਨੈ ਨਾ ਰੱਖੀ ਲੱਜ। ਇਹਨਾਂ ਠੱਗਾਂ ਨੇ ਜਗਤ ਨੂੰ ਠੱਗਿਆ ਹੋਇਆ, ਮਨੁੱਖ ਨੂੰ ਠੱਗਿਆ ਹੋਇਆ। ਇਹਨਾਂ ਵਿੱਚੋਂ ਕਿਸੇ ਨੇ ਵੀ ਮਨੁੱਖ ਦੀ ਲੱਜ ਨਹੀਂ ਰੱਖੀ। ਇਹਨਾਂ ਠੱਗਾਂ ਤੋਂ ਬਚਾਅ ਦਾ ਰਸਤਾ ਕੀ ਆ? ਸਤਿਗੁਰੂ ਜੀ ਆਖਦੇ ਨਾ ਉਹ ਮਰੈ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ। ਨਾ ਹੀ ਉਹ ਮਰਦੇ ਆ, ਨਾ ਹੀ ਉਹ ਠੱਗੇ ਜਾਂਦੇ ਆ। ਜਿਹੜੇ ਗੁਰੂ ਦੇ ਸਨਮੁਖ ਹੋ ਕੇ ਉਸ ਸੱਚੇ ਪਰਮਾਤਮਾ ਪਰਮੇਸ਼ਰ ਨੂੰ ਸਮਝ ਲੈਂਦੇ ਆ, ਉਹਨਾਂ ਦੀ ਇਹ ਅਵਸਥਾ ਨਹੀਂ ਬਣਦੀ। ਫਿਰ ਆਖਾਂ ਜੀਵਾਂ ਵਿਸਰੈ ਮਰ ਜਾਓ। ਉਹਨਾਂ ਦਾ ਜੀਵਨ ਕਿੱਦਾਂ ਦਾ ਹੁੰਦਾ ਆ? ਸ਼ਬਦ ਮਰੋ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ, ਫਿਰ ਕੀ ਹੁੰਦਾ? ਸ਼ਬਦ ਮਰੋ। ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ।
ਇਹ ਅਵਸਥਾ ਉਹਨਾਂ ਦੀ ਬਣ ਜਾਂਦੀ ਆ। ਸਤਿਗੁਰੂ ਜੀ ਕਿਰਪਾ ਕਰਨ ਅਸੀਂ ਵੀ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਪਾਵਨ ਬਾਣੀ ਮੁਤਾਬਕ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰੀਏ ਤੇ ਸਾਨੂੰ ਸੱਚ ਦੀ ਸਮਝ ਲੱਗ ਜਾਵੇ। ਜਿਹੜੇ ਆ ਬਾਹਰੀ ਠੱਗ, ਜਿਹੜੇ ਅੰਦਰੂਨੀ ਠੱਗ ਸਾਨੂੰ ਤਬਾਹ ਕਰ ਰਹੇ ਨੇ, ਸਾਡੇ ਜੀਵਨ ਨੂੰ ਬੇਇੱਜ਼ਤ ਕਰਦੇ ਨੇ, ਇਹਨਾਂ ਤੋਂ ਅਸੀਂ ਬਚ ਸਕੀਏ।